ਆਪਾਂ ਬੇਸਿਕਲੀ ਬੇਸਿਕਸ ਹੀ ਸਮਝਨੇ ਕੀ ਆ ਆਈਡੀਆ ਦੇ। ਕਰੀਏ ਸ਼ੁਰੂ। ਯੈਸ, ਸੋ ਦੇਖੋ ਧਿਆਨ। ਸੋ ਜਿਸ ਤਰ੍ਹਾਂ ਹੀ ਆਪਾਂ ਇਹਨੂੰ ਸਮਝਦੇ ਪਹਿਲਾਂ। ਸੋ ਸਿੰਪਲ ਜਿਹਾ ਟੌਪਿਕ ਆਪਣੇ ਕੋਲ ਪਲਾਸਟਿਕ ਬੈਗਸ, ਪਲਾਸਟਿਕ ਬੋਟਲਸ ਤੇ ਪਲਾਸਟਿਕ ਪੈਕੇਜਿੰਗ ਦਾ এনवायरमेंट ਤੇ ਡੈਮੇਜ ਹੁੰਦਾ ਵਾ। ਇਹਦੀਆਂ ਕੀ ਪ੍ਰੋਬਲਮਸ ਤੇ ਕੀ ਸੋਲੂਸ਼ਨਸ ਆ। ਆਪਾਂ ਆਹ ਟੌਪਿਕ ਨਹੀਂ ਲਿਖਣਾ ਕਿਉਂਕਿ ਟੌਪਿਕ ਬਹੁਤ ਜ਼ਿਆਦਾ ਈਜ਼ੀ ਆ, ਬਹੁਤ ਸਿੰਪਲ। ਆਪਾਂ ਵੈਸੇ ਨਾਰਮਲੀ ਲਿਖ ਹੀ ਲਵਾਂ। ਕਲੀਅਰ ਹੈ। ਆਪਾਂ ਗੱਲ ਕਰਨੀ ਹੈ ਬੇਸਿਕਸ ਦੀ ਕਿ ਕਿਹੜੀਆਂ ਗਲਤੀਆਂ ਹੁੰਦੀਆਂ ਵਾ ਆਈਡੀਆਜ਼ ਲਿਖਣ ਲੱਗੇ, ਕਿਵੇਂ ਆਈਡੀਆਜ਼ ਲਿਖਣੇ ਆ, ਤੇ ਸਭ ਤੋਂ ਜ਼ਰੂਰੀ ਕਿ एग्जांपल्स ਕਿਵੇਂ ਦੇਣੀ। करिए शुरू फिर। yes, ओ करिए शुरू फिर। yes, जोर से बोलो। yes, ओके। बेसिकली पहला आइडिया सोचते हैं कि प्लास्टिक बॉटल्स दे करके प्रॉब्लम की हुंदी। एक ते औखा आइडिया मैं दस देना, लैंड पोल्यूशन हुंदा वा। तुसीं की सोचोगे इन्ना औखा आइडिया है ना, बेचारे स्ट्रेस ना होवे तुहानू, इस करके औखे आइडियाज मैं ही करवा देना। सो औखा आइडिया तो मैं दसदा, सौखा वाला आइडिया तुसीं दस दो। पहली ते गलती यही है ਆਪਾਂ ਸਟੇਟਮੈਂਟ ਨਹੀਂ ਚੱਜਣਾ ਪੜਦੇ। ਹੁਣ ਉਹ ਆਈਡੀਆ ਤਾਂ ਇੰਨੇ ਕਿ ਪਲਾਸਟਿਕ ਦੇ ਨਾਲ ਆਪਾਂ ਨੂੰ ਆ ਖਤਰਾ ਵੇ, ਆਪਾਂ ਉਹਦੇ ਭਾਂਡੇ ਯੂਜ਼ ਕਰਦੇ ਵਗੈਰਾ ਵਗੈਰਾ, ਪਰ ਟੌਪਿਕ এনवायरमेंट ਬਾਰੇ ਤੁਹਾਨੂੰ ਹੁੰਦਾ ਖਤਰਾ ਹੋ ਜੇ, ਫਰਕ ਹੀ ਨਹੀਂ ਪੈਂਦਾ ਆਪਾਂ ਨੂੰ। ਇਸ ਤੇ ਆਪਾਂ ਨੂੰ ਫਰਕ ਪੈਂਦਾ ਤੁਸੀਂ ਬਿਮਾਰ ਹੋ ਰਹੇ ਹੋਵੋ। এনवायरमेंट ਸੇਫ ਹੋਣਾ ਚਾਹੀਦਾ, ਠੀਕ ਹੈ। এনवायरमेंट ਕੁਝ ਨਹੀਂ ਹੋਣਾ। ਸੋ ਆਪਾਂ ਸੋਚਣਾ এনवायरमेंट ਬਾਰੇ। ਇੱਕ ਹੋਰ ਬੜਾ ਵੱਡਾ ਪੁਆਇੰਟ ਹੈ, ਇੱਕ ਆਪਾਂ ਲੈਂਡ ਪੋਲੂਸ਼ਨ ਬਣਾ ਲਿਆ, ਇੱਕ ਐਕੁਆਟਿਕ ਐਨੀਮਲਸ ਨੂੰ ਵੀ ਤੇ ਪ੍ਰੋਬਲਮ ਹੁੰਦੀ ਹੈ ਪਲਾਸਟਿਕ ਤੋਂ, ਕਿਉਂਕਿ ਪਲਾਸਟਿਕ ਕਿੰਨਾ ਸਾਰਾ ਪਲਾਸਟਿਕ ਤੇ ਚਲਾ ਜਾਂਦਾ ਓਸ਼ਨਸ ਦੇ ਵਿੱਚ, ਠੀਕ ਆ। ਕਿੰਨੇ ਸਾਰੇ ਕੇਸਿਸ ਆਉਂਦੇ ਆ ਬੇਸਿਕਲੀ, ਜਿਵੇਂ ਪਲਾਸਟਿਕ ਨੈਟਸ ਆ ਗਏ, ਜਿਹੜੇ ਫਿਸ਼ਿੰਗ ਨੈਟਸ ਹੁੰਦੇ, ਉਹ ਕੀ ਹੁੰਦਾ, ਉਹ ਕਿੰਨੇ ਸਾਰੇ ਨੈਟਸ ਜਿਹੜੇ ਸਮੁੰਦਰ 'ਚ ਹੀ ਰਹਿ ਜਾਂਦੇ, ਉਹਨਾਂ ਦੇ ਵਿੱਚ ਮਛਲੀਆਂ ਫਸ ਜਾਂਦੀਆਂ, ਫਿਰ ਮਛਲੀ ਤੇ ਵੱਡੀ ਹੋ ਜਾਂਦੀ ਆ ਪਰ ਨੈਟ ਨਹੀਂ ਨਾ ਵੱਡਾ ਹੁੰਦਾ। ਹੁਣ ਸੋਚੋ, ਇਮੇਜਿਨ ਕਰੋ ਤੁਹਾਡੇ ਅਰਾਊਂਡ, ਇੱਕ ਬੱਚੇ ਦੇ ਅਰਾਊਂਡ ਆਪਾਂ ਪਲਾਸਟਿਕ ਦੀ ਰਿੰਗ ਪਾ ਦਈਏ, ਠੀਕ ਆ, ਤੇ ਬੱਚਾ ਵੱਡਾ ਹੋਈ ਜਾਵੇ ਪਰ ਰਿੰਗ ਉਨੀ ਦੀ ਉਨੀ ਰਵੇ। ਤੇ ਜਿੱਦਾਂ ਜਿੱਦਾਂ ਬੱਚਾ ਵੱਡਾ ਹੋਊਗਾ ਤਾਂ ਰਿੰਗ ਕੀ ਹੋਊਗੀ, ਉਹ ਟਾਈਟ ਹੁੰਦੀ, ਫਿਰ ਹੌਲੀ ਹੌਲੀ ਸਕਿਨ 'ਚ ਆਉਣ ਲੱਗ ਪਊਗੀ, ਤੇ ਕਿੰਨਾ ਮਤਲਬ ਬੜਾ ਕੁਝ ਹੁੰਦਾ ਵਾ, ਠੀਕ ਆ। ਕਿੰਨੀਆਂ ਸਾਰੀਆਂ ਮਛਲੀਆਂ ਜਿਹੜੀਆਂ ਉਹਨੂੰ ਪਲਾਸਟਿਕ ਦੀ ਚੀਜ਼ਾਂ ਨੂੰ ਫੂਡ ਵਾਂਗੂ ਨਿਕਲ ਜਾਂਦੀਆਂ, ਠੀਕ ਆ, ਤੇ ਪਲਾਸਟਿਕ ਗਲਦਾ ਨਹੀਂ। ਸੋ ਬੇਸਿਕਲੀ ਐਕੁਆਟਿਕ ਲਾਈਫ ਦੇ ਲਈ ਤੇ ਮੁਸ਼ਕਿਲ ਹੋ ਸਕਦਾ। ਸਹੀ ਹੈ ਨਾ, ਠੀਕ ਹੈ ਬਈ, ਓਕੇ ਨਾ। ਸੋਲੂਸ਼ਨ ਕੀ ਹੋਗਾ ਇਹਦਾ? ਸੋਲੂਸ਼ਨ ਹੋਗਾ ਅਵੇਅਰਨੈਸ, ਰੂਲਸ ਐਂਡ ਰੈਗੂਲੇਸ਼ਨ। ਜਿਨ੍ਹਾਂ ਨੂੰ ਪਤਾ ਵਾ ਉਹਨਾਂ ਨੂੰ ਪਤਾ ਵਾ, ਠੀਕ ਆ। ਅਵੇਅਰਨੈਸ ਤੇ ਰੂਲਸ ਐਂਡ ਰੈਗੂਲੇਸ਼ਨ ਆਪਣੇ ਪੱਕੇ ਸੋਲੂਸ਼ਨਸ ਹੈਗੇ ਆ ਜਦੋਂ ਆਪਣੇ ਕੋਲ ਕੋਈ ਪ੍ਰੋਬਲਮ। ਸੋ ਦੇਖੋ, ਸੋ ਦੋ ਸੋਲੂਸ਼ਨਸ ਹੈ ਕਹਿੰਦੇ, ਅਵੇਅਰਨੈਸ ਤੇ ਰੂਲਸ ਐਂਡ ਰੈਗੂਲੇਸ਼ਨ। ਇਹ ਆਪਾਂ ਨੂੰ ਪਤਾ ਆਪਣੇ ਕੋਲ ਪਰਮਨੈਂਟ ਹੈਗੇ, ਆਪਾਂ ਕੀਤੇ ਹੋਏ ਆ। ਸਭ ਤੋਂ ਵੱਡੀ ਗਲਤੀ ਜੋ ਸਟੂਡੈਂਟਸ ਕਰਦੇ ਆ ਟਾਸਕ ਨੂੰ ਲਿਖਣ ਦੇ ਪਹਿਲਾਂ ਤੇ ਆਪਣਾ ਦਿਮਾਗ ਸਵਿਚ ਆਫ ਕਰਦੇ ਕਿ ਦਿਮਾਗ ਦੀ ਕੀ ਲੋੜ, ਹੱਥਾਂ ਨਾਲ ਲਿਖਣਾ, ਠੀਕ ਹੈ। ਤੇ ਸ਼ੁਰੂ ਕਰਦੇ ਪਹਿਲੀ ਲਾਈਨ ਜਿਹੜੀ ਬੱਚਿਆਂ ਦੇ ਦਿਮਾਗ 'ਚ ਆਉਂਦੀ ਹੁੰਦੀ ਆ, ਪੋਲਿਊਸ਼ਨ ਇਜ਼ ਇਨਕਰੀਜ਼ਿੰਗ ਡੇ ਬਾਈ ਡੇ। ਆਂਦੀ ਕਿ ਨਹੀਂ? ਪਹਿਲਾਂ ਤੇ ਤੁਸੀਂ ਮੇਰੀ ਗੱਲ ਸੁਣੋ, ਰੂਲ ਬਣਾ ਲਓ ਕਿ ਆਪਾਂ ਕੋਈ ਵੀ ਚੀਜ਼ ਨਹੀਂ ਲਿਖ ਸਕਦੇ ਇਹਦੇ ਵਿੱਚ ਬਿਨਾਂ ਕਿਸੇ ਸਬੂਤ ਦੇ, ਠੀਕ ਆ। ਤੁਸੀਂ ਸਿੱਧਾ ਕਹਤਾ ਕਿ ਪੋਲਿਊਸ਼ਨ ਵੱਧਦਾ ਪਿਆ ਵਾ, ਨਹੀਂ, ਤੁਹਾਨੂੰ ਕਿਵੇਂ ਪਤਾ ਪੋਲਿਊਸ਼ਨ ਵੱਧਦਾ ਪਿਆ, ਜਾਂ ਆ ਪੋਲਿਊਸ਼ਨ ਪਲਾਸਟਿਕ ਨਾਲ ਕਿਵੇਂ ਰਿਲੇਟਡ ਹੈ? ਤੁਸੀਂ ਕੋਈ, ਚਲੋ ਤੁਸੀਂ ਕਹਤਾ ਕਿ ਸਰ ਪੋਲਿਊਸ਼ਨ ਰਿਲੇਟਡ ਟੂ ਪਲਾਸਟਿਕ ਪੋਲਿਊਸ਼ਨ ਇਜ਼ ਕੁਝ ਵੀ ਕਰ ਲਓ, ਵਟਐਵਰ, ਪਰ ਤੁਸੀਂ ਕੋਈ ਵੀ ਚੀਜ਼ ਇਸ ਤਰ੍ਹਾਂ ਹੀ ਮੈਂਸ਼ਨ ਨਹੀਂ ਕਰ ਸਕਦੇ ਇਹਦੇ ਵਿੱਚ ਆਇਲਸ ਵਿੱਚ। ਸਟੂਡੈਂਟਸ ਕਿਸ ਤਰ੍ਹਾਂ ਸੈਂਟੈਂਸ ਬਣਾਉਂਦੇ ਆ, ਪਲਾਸਟਿਕ ਪੋਲਿਊਸ਼ਨ ਇਜ਼ ਇੰਕਰੀਜ਼ਿੰਗ ਡੇ ਬਾਈ ਡੇ, ਇਟ ਇਜ਼ ਅ ਨॉन ਬਾਇਓਡੀਗ੍ਰੇडेबल। मतलब दोनों सेंटेंसेस का आपस में कोई कनेक्शन ही नहीं है, सही है। बल्कि स्टूडेंट्स नॉन बायोडिग्रेडेबल भी नहीं लिखते, सीधा लिख देते हैं प्लास्टिक पोल्यूशन इज इंक्रीजिंग डे बाय डे, इट कॉजेज मैनी इंपैक्ट्स ऑन, समझ देना, क्लियर है। इस तरह नहीं करना। पहला दसो प्लास्टिक पोल्यूशन क्यों बढ़ता पाया, हर चीज का कारण सोचो कि मैं जो लिखता पाया कारण की है, मैं किस बेस तो कह रहा हूं कि प्लास्टिक पोल्यूशन बढ़ता पाया, की कारण है कि प्लास्टिक पोल्यूशन बढ़ता पाया। एक तो प्लास्टिक सस्ता वा, एक प्लास्टिक ਨੂੰ ਮੈਨੂਫੈਕਚਰ ਕਰਨਾ ਈਜ਼ੀ ਹੈ, ਇਸ ਕਰਕੇ ਪੋਲਿਊਸ਼ਨ ਵੱਧਦਾ ਪਿਆ। ਸਮਝੇ? ਉਹ ਸਮਝੇ? ਕਹਿੰਦੇ ਕਹਿੰਦੇ ਸਿੱਧੂ ਮੂਸੇਵਾਲਾ ਹੋ ਗਿਆ, ਦੱਸੋ ਸਾਰਿਆਂ ਨੂੰ ਸਮਝ ਆ ਗਈ? ਸੋ ਆਹ ਚੀਜ਼ ਕਰਨੀ, ਪਹਿਲਾਂ ਤੇ ਕੋਈ ਵੀ ਚੀਜ਼ ਤੁਸੀਂ ਲਿਖਣੀ ਉਹਨੂੰ ਸੋਚ ਕੇ ਲਿਖਣਾ ਵਾ। ਪਹਿਲਾਂ ਬੇਸਿਕਲੀ ਆਹੀ ਹੈ। ਲੈਂਡ ਪੋਲਿਊਸ਼ਨ ਵਾਲੇ ਆਈਡੀਆ ਦੀ ਗੱਲ ਬਾਅਦ ਚੋਂ ਕਰਦੇ ਆ, ਪਹਿਲਾਂ ਐਕੁਆਟਿਕ ਵਾਲੇ ਆਈਡੀਆ ਦੀ ਕਰਦੇ। ਤੁਸੀਂ ਆਈਡੀਆ ਲਿਖਣ ਤੋਂ, ਤੁਸੀਂ ਕੋਈ ਵੀ ਆਈਡੀਆ ਲਿਖਣ ਤੋਂ ਪਹਿਲਾਂ ਨਾ 30 ਸੈਕਿੰਡਸ ਲਗਾਣੇ ਆ ਕੀ ਕਰਨ ਦੇ ਵਿੱਚ, ਪ੍ਰਾਰਥਨਾ ਕਰਨ ਦੇ ਵਿੱਚ ਕਿ ਪਰਮਾਤਮਾ ਸੱਚੇ ਪਾਤਸ਼ਾਹ, ਠੀਕ ਆ, ਤੁਹਾਡੇ ਅੱਗੇ ਅਰਦਾਸ, ਠੀਕ ਆ, ਅਰਦਾਸ ਕਰਨੀ ਹੈ ਕਿ ਆਈਡੀਆ ਲਿਖਣ ਜਾ ਰਹੇ ਹਾਂ, ਮਿਹਰ ਭਰਿਆ ਹੱਥ ਰੱਖਣਾ, ਠੀਕ ਆ। ਫਿਰ ਕਰਨਾ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਆਪਣਾ ਆਈਡੀਆ ਸ਼ੁਰੂ ਕਰਨਾ, ਠੀਕ ਆ। ਵੇਖਿਓ ਕਦੀ ਟਾਸਕ ਨਾ ਤੁਹਾਡੇ ਬੈਂਡ ਆਏ, ਅਰਦਾਸ ਕਰਕੇ ਲਿਖੋਗੇ, ਆਉਗੇ ਆਉਗੇ ਗੈਰੰਟੀਡ, ਸਹੀ ਹੈ ਨਹੀਂ? ਸਹੀ ਹੈ ਨਾ। ਨਾਲ ਤੁਸੀਂ ਲੈ ਕੇ ਜਾਣਾ ਜਲ, ਠੀਕ ਆ। ਪਹਿਲਾ ਕੁਐਸਚਨ ਪੇਪਰ ਤੇ ਛਿੜਕਣਾ ਹੋ ਤੁਸੀਂ,
10 मूवी सो नेवर माइंड वापस आने ਆਪਾਂ ਕੋਈ ਵੀ ਆਈਡੀਆ ਲਿਖਣਾ ਵਾ ਫੋਕਸ ਕਰੋ ਕਿਵੇਂ ਕਰਨਾ ਵਾ ਸਭ ਤੋਂ ਪਹਿਲਾਂ 30 ਸੈਕਿੰਡਸ ਲਗਾਣੇ ਆ ਤੁਸੀਂ ਕਿਸੇ ਵੀ ਆਈਡੀਆ ਨੂੰ ਲਿਖਣ ਤੋਂ ਪਹਿਲਾਂ ਪ੍ਰਿਪੇਅਰ ਕਰਨ ਤੇ ਠੀਕ ਆ 30 ਸੈਕਿੰਡਸ ਪ੍ਰਿਪੇਅਰ ਕਿਵੇਂ ਕਰਨਾ ਸਿਰਫ ਤਿੰਨ ਚੀਜ਼ਾਂ ਸੋਚਣੀਆਂ ਤੁਸੀਂ ਸੋਚਣੀ ਵਾ ਆਈਡੀਆ ਤੁਸੀਂ ਸੋਚਣਾ ਵਾ ਉਹਦਾ ਰਿਜ਼ਲਟ ਤੇ ਨਾਲ ਤੁਸੀਂ ਸੋਚਣਾ ਵਾ ਉਹਦਾ ਕਾਰਨ ਠੀਕ ਆ ਕਦੀ ਕਦੀ ਕਾਰਨ ਨਹੀਂ ਵੀ ਹੁੰਦਾ ਆਪਣੇ ਕੋਲ ਇਸ ਕਰਕੇ ਆਪਾਂ ਕਾਰਨ ਦੇ ਨਾਲ ਫਿਰ ਐਗਜ਼ਾਮਪਲ ਸੋਚ ਲੈਨੇ ਆ ਜੇ ਕਾਰਨ ਨਾ ਹੋਵੇ ਜਾਂ ਕੰਪੇਅਰ ਕਰ ਲੈਨੇ ਆ ਜਾਂ ਫਿਰ ਆਪਾਂ ਪ੍ਰੋਬਲਮ ਜਨਰੇਟ ਕਰ ਲੈਨੇ ਪਰ ਹਾਲੇ ਲਈ ਆਪਾਂ ਫੋਕਸ ਕਰਦੇ ਇਸ ਚੀਜ਼ ਤੇ ਪਰ ਬੇਸਿਕਲੀ ਤੁਹਾਨੂੰ ਆਪਣੇ ਆਈਡੀਆ ਨੂੰ ਐਕਸਪੈਂਡ ਤੇ ਸਪੋਰਟ ਕਰਨ ਦੇ ਲਈ ਕੁਝ ਨਾ ਕੁਝ ਤੇ ਕਰਨਾ ਹੀ ਪੈਣਾ ਕਲੀਅਰ ਫਾਈਨ ਤੁਸੀਂ ਆਪਣੇ ਆਈਡੀਆ ਨੂੰ ਸੈਂਡਵਿਚ ਬਣਾ ਲੈਣਾ ਠੀਕ ਆ ਆਪਣੀ ਗਲਤੀ ਕੀ ਹੁੰਦੀ ਹੈ ਕਿ ਜਦੋਂ ਆਪਾਂ ਆਈਡੀਆ ਲਿਖਣ ਲੱਗਦੇ ਆ ਆਪਾਂ ਪ੍ਰਿਪੇਅਰ ਤੇ ਕਰਦੇ ਨਹੀਂ ਆਪਾਂ ਸਿੱਧਾ ਲਿਖਣਾ ਸ਼ੁਰੂ ਕਰਦੇ ਤੇ ਆਪਾਂ ਸ਼ੁਰੂ ਕਰਦੇ ਆ aquatic animals are at danger yeah the life of aquatic animals is at danger due to plastic yeah ਤੇ ਆਪਾਂ ਸਿੱਧਾ ਰਿਜ਼ਲਟ ਲਿਖਣ ਲੱਗਦੇ ਐਜ਼ ਅ ਰਿਜ਼ਲਟ ਆ ਚੀਜ਼ ਹੁੰਦੀ ਤੇ ਉੱਪਰ ਆਪਾਂ ਕੁਝ ਲਿਖਦੇ ਨਹੀਂ ਆ ਤੇ ਇਸ ਕਰਕੇ ਆਪਣੇ ਆਈਡੀਆ ਵੀ ਐਕਸਪਲੇਨ ਨਹੀਂ ਹੁੰਦੇ ਫਿਰ ਜਦੋਂ ਆਪਾਂ ਨੂੰ ਅਹਿਸਾਸ ਹੁੰਦਾ ਕਿ ਮੇਰਾ ਆਈਡੀਆ ਤਾਂ ਛੋਟਾ ਰਹਿ ਗਿਆ ਫਿਰ ਆਪਾਂ ਜੋ ਫਾਲਤੂ ਜਾਂ which proves itself to be of a great benefit ਉਹਦੇ ਲਗਾਉਂਦੇ ਨਾ ਲਾਈਨ ਆਪਾਂ ਉਹ ਲਾਈਨ ਵਾ ਐਮਰਜੈਂਸੀ ਦੇ ਲਈ ਜਿੱਥੇ ਕੁਝ ਨਾ ਮਿਲਦਾ ਪਿਆ ਹੋਵੇ ਜਿੱਥੇ ਤੁਹਾਡਾ ਸੈਂਟੈਂਸ ਛੋਟਾ ਹੋਵੇ ਧਿਆਨ ਦਿਓ ਜਿੱਥੇ ਤੁਹਾਡਾ ਸੈਂਟੈਂਸ ਛੋਟਾ ਬਣਦਾ ਪਿਆ ਹੋਵੇ ਮਤਲਬ ਤੁਸੀਂ ਗੱਲ ਚੱਜ ਦੀ ਕਰ ਲਈ ਆ ਗੱਲ ਦਾ ਮੂੰਹ ਮੱਥਾ ਤੁਹਾਡੀ ਦਾ ਹੈਗਾ ਵਾ ਤੇ ਹੁਣ ਤੁਹਾਡੇ ਕੋਲ ਸੈਂਟੈਂਸ ਨਹੀਂ ਲੰਬਾ ਹੋ ਰਿਹਾ ਤੇ ਤੁਸੀਂ ਥੋੜਾ ਲੰਬਾ ਕਰਨਾ ਚਾਹੁੰਦੇ ਕਰ ਲਓ ਕਲੀਅਰ ਆ ਪਰ ਤੁਹਾਡਾ ਆਈਡੀਆ ਹੀ ਡਿਵੈਲਪ ਨਹੀਂ ਹੈਗਾ ਉਹਦੇ ਚ ਉਹ ਸੈਂਟੈਂਸ ਕੁਝ ਨਹੀਂ ਕਰ ਸਕਦਾ ਉਹਦੇ ਚ ਉਹ ਸੈਂਟੈਂਸ ਤੁਸੀਂ ਵਿਅਰਥ ਪਾਇਆ ਬੇਸਿਕਲੀ ਜਿਵੇਂ ਤੁਸੀਂ ਲਿਖ ਦੋ aquatic animals are danger this proves itself to be of great harm ਕੋਈ ਸੈਂਸ ਬਣੀ ਨਹੀਂ ਨਾ ਕੋਈ ਸੈਂਸ ਬਣੀ ਇਸ ਗੱਲ ਦੀ ਕਿਉਂ ਕਿਉਂਕਿ ਤੁਹਾਡਾ ਆਈਡੀਆ ਹੀ ਡਿਵੈਲਪ ਨਹੀਂ ਹੈਗਾ ਉਹ ਸੈਂਟੈਂਸ ਵੀ ਵਿਚਾਰਾ ਕੀ ਕਰੂਗਾ ਸਹੀ ਹੈ ਕਲੀਅਰ ਇਸ ਉਹ ਜਗ੍ਹਾ ਤੇ ਇਸ ਸੈਂਟੈਂਸ ਨੂੰ ਥੋੜਾ ਹਟਾਓ ਇਹ ਸਿਰਫ ਸੈਂਟੈਂਸ ਲੰਬਾ ਕਰਨ ਲਈ ਆ ਆਈਡੀਆ ਐਕਸਪਲੇਨ ਕਰਨ ਲਈ ਨਹੀਂ ਇਹਨੂੰ ਐਜ਼ ਅ ਰਿਜ਼ਲਟ ਨਹੀਂ ਯੂਜ਼ ਕਰਨਾ ਇਹਨੂੰ ਜਿਹੜਾ ਰਿਜ਼ਲਟ ਤੁਸੀਂ ਲਿਖਿਆ ਵਾ ਤੇ ਜੇ ਉਹ ਛੋਟਾ ਰਹਿ ਰਿਹਾ ਉਹਨੂੰ ਲੰਬਾ ਕਰਨ ਲਈ ਤੁਸੀਂ ਯੂਜ਼ ਕਰ ਸਕਦੇ ਜੀ ਸੋ ਵਾਪਸ ਆਨੇ ਧਿਆਨ ਦਿਓ ਠੀਕ ਹੈ ਇਹਦਾ ਰਿਜ਼ਲਟ ਆਈਡੀਆ ਹੋ ਗਿਆ ਨਾਲ ਸੋਚੋ ਇਹਦਾ ਰਿਜ਼ਲਟ ਜੇ ਜਾਨਵਰਾਂ ਦੀ ਜ਼ਿੰਦਗੀ ਖਤਰੇ 'ਚ ਆ ਤੇ ਰਿਜ਼ਲਟ ਕੀ ਹੋਊਗਾ ਐਕਸਟਿੰਕਸ਼ਨ ਜਾਨਵਰ ਐਕਸਟਿੰਕਟ ਹੋ ਜਾਊਗੇ ਤੇ ਫਿਰ ਉਹੀ ਗੱਲ ਬਾਇਓਡਾਇਵਰਸਿਟੀ ਖਰਾਬ ਹੋ ਜਾਊਗੀ ਜਾਂ ਫਿਰ ਆਪਾਂ ਈਕੋਸਿਸਟਮ ਵੀ ਕਹਿ ਸਕਦੇ ਹਾਂ ਬਾਇਓਡਾਇਵਰਸਿਟੀ ਕਹਿ ਲਓ ਈਕੋਸਿਸਟਮ ਕਹਿ ਲਓ ਮੈਂ ਕਹਿੰਦਾ ਦੋਨੋਂ ਹੀ ਕਹਿ ਲਓ ਠੀਕ ਆ ਆਈਡੀਆ ਹੋ ਗਿਆ ਅੱਧਾ ਹੁਣ ਦੱਸੋ ਕਾਰਨ ਕਿ ਜਾਨਵਰਾਂ ਦੀ ਜ਼ਿੰਦਗੀ ਖਤਰੇ 'ਚ ਕਿਉਂ ਆ ਪਲਾਸਟਿਕ ਦੇ ਕਰਕੇ ਪਲਾਸਟਿਕ ਦੀ ਕੀ ਗਲਤੀ ਕੀ ਤਾਂ ਜਾਨਵਰ ਆਪ ਹੀ ਜ਼ਿਆਦਾ ਭੂਤ ਰਹੇ ਹੋਣ ਹਨਾ ਜ਼ਿਆਦਾ ਕਰਤੂਤਾਂ ਖਰਾਬ ਹੋਈ ਹੋਣ ਪੰਗੇ ਪੁੰਗੇ ਲੈਂਦੇ ਹੋਣ ਸਹੀ ਕਿ ਨਹੀਂ ਜਾਨਵਰਾਂ ਦੀ ਜ਼ਿੰਦਗੀ ਖਤਰੇ 'ਚ ਕਿਉਂ ਆ ਪਲਾਸਟਿਕ ਦੇ ਕਰਕੇ ਆਹੀ ਹੈ ਸੋ ਆਪਾਂ ਕਹਿੰਦੇ ਆ ਕਿ ਜਿਹੜਾ ਪਲਾਸਟਿਕ ਓਸ਼ਨਸ ਦੇ ਵਿੱਚ ਜਾਂਦਾ ਵਾ ਜਿਹੜਾ ਪਲਾਸਟਿਕ ਓਸ਼ਨ ਜਾਂਦਾ ਵਾ ਉਹਨੂੰ ਇੰਜੈਸਟ ਕਰ ਲੈਂਦੇ ਆ ਜਾਨਵਰ ਸਹੀ ਹੈ ਉਹਨਾਂ ਨੂੰ ਉਹਨਾਂ ਦੇ ਇੰਟਰਨਲ ਆਰਗਨਸ ਡੈਮੇਜ ਹੋ ਜਾਂਦੇ ਆ ਠੀਕ ਆ ਜਾਂ ਉਹਨਾਂ ਦੇ ਬਾਹਰ ਅਟਕ ਜਾਂਦਾ ਵਾ ਕਦੀ ਹਨਾ ਅਰਾਊਂਡ ਦਾ ਸਰੀਰ ਦੇ ਬਹੁਤ ਪ੍ਰੋਬਲਮ ਕ੍ਰੀਏਟ ਹੁੰਦੀ ਕਲੀਅਰ ਹੈ ਨਾ ਫਿਸ਼ਿੰਗ ਲਾਈਨਸ ਅਟਕ ਜਾਂਦੀਆਂ ਕਲੀਅਰ ਆ ਜੇ ਇੰਨਾ ਤੁਸੀਂ ਇੱਕ ਵਾਰ ਸੋਚ ਲਿਆ ਵਾ ਬਸ ਇਹਨੂੰ ਲਿਖਣਾ ਵਾ ਫਿਰ ਆਪਾਂ ਠੀਕ ਆ ਲਿਖ ਕੇ ਵੇਖੀਏ ਥੋੜਾ ਜਿਹਾ ਇਟ ਕੈਨੋਟ ਬੀ unseen that ਜਦੋਂ ਮੇਰੇ ਕੋਲ ਕੋਈ ਚੀਜ਼ ਨਹੀਂ ਹੁੰਦੀ ਮੈਂ ਆ ਚੀਜ਼ ਲਿਖ ਦੇਣਾ it cannot be unseen that plastic debris in the ocean debris ਕੀ ਹੁੰਦੀ ਆ ਜਿਵੇਂ ਛੋਟੇ ਛੋਟੇ ਪੀਸਸ ਨੂੰ debris ਕਹਿੰਦੇ ਆਪਾਂ ਸਹੀ ਆ debris ਨਹੀਂ ਜੇ debris ਜਿਵੇਂ ਮੰਨ ਲਓ ਕਿ ਘਰ ਵਾ ਘਰ ਦੇ ਉੱਤੇ ਬੁਲਡੋਜ਼ਰ ਚਲਵਾ ਦੋਗੇ ਤੇ ਪਿੱਛੇ ਕੀ ਬਚ ਗਿਆ ਮਲਬਾ ਬੇਸਿਕਲੀ ਜਿਹਨੂੰ ਆਪਾਂ debris ਕਹਿੰਦੇ ਸੋ ਛੋਟੇ ਛੋਟੇ ਪੀਸਸ ਨੂੰ ਆਪਾਂ debris ਕਹਿੰਦੇ plastic debris in the ocean ਠੀਕ ਆ tends to get stuck in the throat या कहने in or on the fishes या ते अंदर स्टक हो जाती है या उन्होंने ऊपर स्टक हो जाती है causing external or internal injuries ਤੇ ਆ ਕੀ ਹੋ ਗਿਆ ਆ ਆਪਣਾ ਪਹਿਲਾ ਸੈਂਟੈਂਸ ਹੋ ਗਿਆ ਆ ਵੀ ਹੋ ਗਿਆ ਨਾ ਲਾਈਫ ਆਫ ਐਕੁਆਟਿਕ ਐਨੀਮਲਸ ਇਜ਼ ਅ ਡੇਂਜਰ ਵਗੈਰਾ ਵਗੈਰਾ ਕਲੀਅਰ ਆ ਤੇ ਰਿਜ਼ਲਟ ਕੀ ਹੋਊਗਾ ਠੀਕ ਆ ਐਜ਼ ਅ ਰਿਜ਼ਲਟ ਆਫ ਦਿਸ ਮੈਨੀ ਸਪੀਸੀਜ਼ ਆਰ ਨੋਨ ਟੂ ਵੇਖੋ ਹੈਜਿੰਗ ਕਰਦੇ ਮੈਂ ਆਪਾਂ ਹੈਜਿੰਗ ਕਰਨਾ ਚਾਹੀਦਾ ਠੀਕ ਆ ਆਰ ਨੋਨ ਟੂ ਗੋ ਐਕਸਟਿੰਕਟ ਹੈਵਿੰਗ negative impacts on the ecosystem
एंड बायोडाइवर्सिटी ऑफ ओशंस। बेसिकली जो प्रिपेयर किया ही ਉਹੀ लिख दिता, कोई कन्फ्यूजन तो नहीं इहदे विच। हुण इस आइडिया ਨੂੰ एक बार इहदे च किन्ने वर्ड्स होए ਆਪਾਂ गिणी 47 वर्ड्स हो गए। ਆਪਾਂ मोस्टली आइडियाज लिखते हैं तो छोटा रह जांदा, 30 वर्ड्स से ही रह जांदा। 47 वर्ड्स क्यों हो गए? क्योंकि अपने को एक कारण भी है तो एक रिजल्ट भी है। हमेशा आइडिया एक्सप्लेन होगा। क्लियर है? तो तुम देखोगे आइडिया वैल एक्सप्लेन्ड भी लगता पाया, मतलब वैल एक्सप्लेन्ड भावें नहीं हले इहदे च एक एग्जांपल ऐड करनी है, हले वैल एक्सप्लेन्ड तो भावें नहीं है, पर तुहानूं आइडिया ऑर्गेनाइज तो लगता पाया ना, जिवें वैल थॉट आउट आइडिया सीधा सीधा चलता पाया, तुहानूं कोई दिक्कत नहीं आ रही उन्होंने समझण च। ठीक है, आपस च कनैक्टेड है। हुण मान लो इस तरह करना वा, हमेशा अपने आइडिया नूं सैंडविच करके चलना वा। मैं रिजल्ट सोचना वा, नाल ही मैं उहदा कारण सोचना वा। सब तो बेकार आइडिया जिहड़ा मैनूं लगदा, ठीक है, दो आइडिया दसदा जिहड़ा स्टूडेंट्स हमेशा लिखते हैं पर किसी नूं लिखने नहीं आते। पहला आइडिया वा दे लर्न द कल्चर। ठीक है, आपां उस दिन गल करदे पे हां, जदों भी तुसीं कोई आइडिया सोचना वा तुसीं नाल बोलना वा कि की फायदा हुंदा। मैं कहां कि ट्रैवल करन दा की फायदा, तुसीं कहोगे आपां नूं दूसरे कल्चर सीखण नूं मिलूगे, सिख ले कल्चर, की फायदा होया? जिन्नी देर तक तुहाडे कोल दूसरे कल्चर नूं सीखण दा फायदा नहीं हैगा, क्लियर है, उंदे तक कोई आइडिया नहीं लिख सकदे। मैं तुहानूं दस्सां दूसरे कल्चर नूं सीखण दा फायदा की होगा। दूसरे कल्चर नूं सीख के अपनी टॉलरेंस वधदी है दूसरे कल्चर प्रति। जिवें अज दे टाइम दे विच पहला प्रॉब्लम लिखो कि अज दे टाइम दे विच जिथे मीडिया ते जिथे ज्यादातर पॉलिटिशियन जिहड़े आ अपने कल्चर्स नूं अलग-अलग सोसाइटीज़ नूं लड़ाउण दी कोशिश करदे पए आ, डिफरेंसेस क्रिएट करदे पए आ। ट्रैवलिंग दे नाल आपां नूं उन्हां बारे ज़्यादा पता लगदा। जिन्ना आपां उन्हां बारे जाणांगे उन्नी अपनी टॉलरेंस बिल्ड होगी, उन्नी अपनी उन्हां दे प्रति पेशेंस बिल्ड होगी। ते इंदे करके जिहड़ा वा यूनिटी वधदी है देश दे विच, लोकां दे विच आपस यूनिटी वधदी है। आ फायदा दूसरे कल्चर्स बारे जानन दा, समझे? दूसरा आइडिया जिहड़ा बेकार वा वो आइडिया वा कि इंदे नाल नॉलेज मिलदी। तुसीं जदों भी आइडिया लिखना इंदे नाल नॉलेज मिलदी, लिख देना आइडिया, इंदे नाल नॉलेज मिलदी है। तुहानूं दो चीज़ां लिखणियां जरूरी है, एक कि किहो जी नॉलेज मिलदी है लिखना, फिजिकल नॉलेज मिलती है, स्पोर्ट्स की नॉलेज मिलती है, इकोनॉमिकल नॉलेज मिलती है, कल्चरल नॉलेज मिलती है, किहो जी नॉलेज मिलती है। दूसरा उस नॉलेज का फायदा की। हमेशा आ दो आइडियाज में प्रॉपर एक्सप्लेनेशन करनी है। देखो वापस आने, समझ आई है? हुण आपां इहदे च देना चाहते एग्जाम्पल। एग्जाम्पल किस तरह दी?